ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਕਲਗੀਧਰ ਮਹਾਰਾਜ ਦਾ ਫਰਮਾਨ ਹੈ ਕਿ ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਕ ਕੀ ਰੱਛਾ ਹਮਨੇ। ਕਿ ਜਿਵੇਂ ਅਕਾਲ ਪੁਰਖ ਸਾਡੀ ਰੱਖਿਆ ਕਰਦਾ, ਇਸੇ ਤਰ੍ਹਾਂ ਅਕਾਲ ਪੁਰਖ ਵੱਲੋਂ ਬਖਸ਼ੀ ਗਈ ਜਿਹੜੀ ਸਰਬ ਲੋਕ ਦੀ ਧਾਤ ਆ ਉਹ ਸਾਡੀ ਰੱਖਿਆ ਕਰਦੀ ਆ। ਅਤੇ ਇਸੇ ਕਰਕੇ ਸਾਨੂੰ ਕਲਗੀਧਰ ਮਹਾਰਾਜ ਨੇ ਆਖਿਆ ਹੈ ਕਿ ਸਰਬ ਕਾਲ ਜੀ ਕੀ ਰੱਛਿਆ ਹਮਨੇ, ਸਰਬ ਲੋ ਜੀ ਦੀ ਰੱਛਿਆ ਹਮਨੇ। ਇਸ ਕਰਕੇ ਜਿਹੜਾ ਹੈ ਨਾ ਲੋਹਾ ਹੈਗਾ, ਇਹ ਜਿਹੜਾ ਲੋਹ ਹੈ ਇਹ ਇੱਕ ਜ਼ਿੰਦਾ ਧਾਤ ਕਰਕੇ ਮੰਨੀ ਜਾਂਦੀ ਆ। ਅੱਜ ਆਪਾਂ ਦੇਖਦੇ ਹਾਂ ਕਿ ਅੱਜ ਦਾ ਜਿਹੜਾ ਯੁੱਗ ਆ ਵਿਗਿਆਨਕ ਯੁੱਗ ਆ, ਲੇਕਿਨ ਇਸ ਯੁੱਗ ਦੇ ਵਿੱਚ ਜਿੰਨੀ ਛੇਤੀ ਤਰੱਕੀ ਹੋਈ ਆ ਹਰੇਕ ਚੀਜ਼ ਦੀ, ਜਿਹੜੀ ਚੀਜ਼ ਜਿੰਨੀ ਫਾਸਟ ਤਰੀਕੇ ਨਾਲ ਵਧੀ ਹੈਗੀ ਆ, ਅਤੇ ਉਸੇ ਤਰੀਕੇ ਦੇ ਨਾਲ ਇਹਦੇ ਵਿਪਰੀਤ ਚੀਜ਼ਾਂ ਵੀ ਵਧੀਆਂ ਹੈਗੀਆਂ। ਜਿਵੇਂ ਇਨਸਾਨ ਨੇ ਹੈ ਨਾ ਪਹਿਲੇ ਟਾਈਮਾਂ ਦੇ ਨਾਲੋਂ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਖੁਰਾਕ ਹੈਗੀ ਆ ਉਹ ਸਾਦਗੀ ਦੀ ਜਗ੍ਹਾ ਫਾਸਟ ਕਰ ਲਈ ਆ। ਇਸੇ ਕਰਕੇ ਥਾਂ ਥਾਂ 'ਤੇ ਫਾਸਟ ਫੂਡ ਵੱਡੇ ਵੱਡੇ ਹੋਟਲ ਖੁੱਲ੍ਹ ਗਏ ਆ, ਲੇਕਿਨ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਹਨ ਉਹ ਵੀ ਬੜੀਆਂ ਫਾਸਟ ਹੋ ਗਈਆਂ ਹੈਗੀਆਂ। ਖਾਸ ਕਰਕੇ ਜਿਹਨਾਂ ਨੂੰ ਅਸੀਂ ਅੱਜ ਕੱਲ੍ਹ ਕਰੋਨਾ ਦਾ ਨਾਮ ਦਿੱਤਾ ਗਿਆ ਹੈਗਾ, ਇਹ ਬਿਮਾਰੀਆਂ ਐਸੀਆਂ ਹੈਗੀਆਂ ਕਿ ਜਿਨ੍ਹਾਂ ਦਾ ਕਦੀ ਨਾਂ ਨਹੀਂ ਸੀ ਸੁਣਿਆ। ਭਾਵ ਕਿ ਫਾਸਟ ਚੀਜ਼ ਦੇ ਨਾਲ ਫਾਸਟ ਚੀਜ਼ਾਂ ਵਧੀਆਂ ਹੈਗੀਆਂ। ਸੋ ਇਸ ਕਰਕੇ ਇਨਸਾਨ ਜਿਹੜਾ ਹੈ ਨਾ ਸੁਖੀ ਹੋਣ ਦੀ ਜਗ੍ਹਾ ਅੱਗੇ ਨਾਲੋਂ ਜ਼ਿਆਦਾ ਵਿਆਕੁਲ ਹੋ ਗਿਆ, ਦੁਖੀ ਹੋ ਗਿਆ ਹੈਗਾ। ਕਿਉਂਕਿ ਇਨਸਾਨ ਦੇ ਅੰਦਰ ਜਿੰਨਾ ਲੋਭ ਹੁਣ ਇਸ ਸਮੇਂ ਅੰਦਰ ਚੱਲ ਰਿਹਾ ਹੈਗਾ, ਉਹਨਾਂ ਲੋਭ ਸ਼ਾਇਦ ਪਹਿਲਾਂ ਕਦੀ ਨਹੀਂ ਸੀਗਾ। ਪਹਿਲਾਂ ਜਿਹੜੇ ਇਨਸਾਨ ਸੀਗੇ ਉਹ ਸਬਰ ਅਤੇ ਸ਼ੁਕਰ ਦੇ ਵਿੱਚ ਜੀਵਨ ਬਤੀਤ ਕਰਦੇ ਸੀਗੇ, ਪਰ ਅੱਜ ਇਨਸਾਨ ਲੋਭ ਦੀਆਂ ਹੱਦਾਂ ਬੰਨੇ ਟੱਪ ਗਿਆ ਹੈਗਾ। ਨਾ ਦਿਨੇ ਸੋਣਾ ਨਾ ਰਾਤ ਸੋਣਾ, ਰਤਾ ਭਰ ਵੀ ਆਰਾਮ ਨਹੀਂ। ਚਿੰਤਾ ਦੀ ਅਗਨੀ ਜਿਹੜੀ 24 ਘੰਟੇ 8 ਪਹਿਰ ਇਹਦੇ ਅੰਦਰ ਮਗਦੀ ਰਹਿੰਦੀ ਆ। ਇਸ ਕਰਕੇ ਇਨਸਾਨ ਦੇ ਅੰਦਰ ਹੈ ਨਾ ਸ਼ਾਂਤੀ ਦੀ ਜਗ੍ਹਾ ਅੰਦਰ ਜਵਾਰ ਭਾਟਾ ਜਿਹੜਾ ਅਸ਼ਾਂਤੀ ਦਾ ਹੈਗਾ ਉਹ ਸਦਾ ਹੀ ਚੱਲਦਾ ਰਹਿੰਦਾ ਹੈਗਾ। ਇਸ ਕਰਕੇ ਭਾਈ ਸਾਨੂੰ ਹੁਣ ਆਹ ਸਮੇਂ ਨੂੰ ਛੱਡ ਕੇ ਹੁਣ ਪਿੱਛੇ ਝਾਤੀ ਮਾਰਨੀ ਪੈਣੀ ਆ, ਕਿਉਂਕਿ ਸਿਆਣਿਆਂ ਦਾ ਖਿਆਲ ਹੈ ਕਿ ਅੱਗੇ ਨਾਲੋਂ ਪਿੱਛਾ ਭਲਾ। ਪਿੱਛਾ ਇਸ ਕਰਕੇ ਭਲਾ ਹੈਗਾ ਕਿ ਪਿੱਛੇ ਸਾਡੇ ਜਿਹੜੇ ਰਿਸ਼ੀ ਮੁਨੀ ਆ, ਇਹਨਾਂ ਰਿਸ਼ੀ ਮੁਨੀਆਂ ਨੇ ਇਨਸਾਨ ਦੀ ਉਮਰ ਵਧਾਉਣ ਵਾਸਤੇ, ਇਨਸਾਨ ਨੂੰ ਸੁੱਖ ਸ਼ਾਂਤੀ ਅਤੇ ਸਹਿਜ ਧੀਰ ਸੰਤੋਖ ਵਿਕਾਸ ਖੇੜਾ ਦੇਣ ਵਾਸਤੇ ਜਿਹੜੀਆਂ ਖੋਜਾਂ ਕੀਤੀਆਂ ਸੀਗੀਆਂ ਜਾਂ ਜਿਹੜੇ ਨਿਯਮ ਬਣਾਏ ਸੀ, ਉਹ ਨਿਯਮ ਜਿਹੜੇ ਆ ਸਾਨੂੰ ਦੁਬਾਰਾ ਤੋਂ ਅਪਣਾਉਣੇ ਪੈਣੇ ਹੈਗੇ ਆ। ਅਗਰ ਅਸੀਂ ਉਹ ਪੁਰਾਤਨ ਨਿਯਮਾਂ ਨੂੰ ਫੋਲੋ ਕਰਾਂਗੇ ਫਿਰ ਸਾਡੀ ਜ਼ਿੰਦਗੀ ਜਿਹੜੀ ਆ ਫਿਰ ਉਹ ਸੁਖੀ ਹੋ ਸਕਦੀ ਆ। ਅਗਰ ਅਸੀਂ ਇਹਨਾਂ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਆਪਣੀ ਮਰਜ਼ੀ ਦਾ ਜੀਵਨ ਬਤੀਤ ਕਰਾਂਗੇ ਤਾਂ ਫਿਰ ਭਾਈ ਇਹ ਜਿਹੜਾ ਜੀਵਨ ਹੈਗਾ ਇਹ ਪੂਰੀ ਨੇਰਗਰਦੀ ਦੇ ਵਿੱਚ ਚੰਗੀ ਤਰ੍ਹਾਂ ਗਰਕ ਜਾਊਗਾ। ਇਸ ਕਰਕੇ ਜ਼ਰੂਰੀ ਆ ਕਿ ਸਾਨੂੰ ਮਹਾਂਪੁਰਖਾਂ ਦੇ ਦਿੱਤੀਆਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਉਹ ਤੋਂ ਚੱਲਣ ਦੀ ਲੋੜ ਆ। ਇਸੇ ਕਰਕੇ ਮਹਾਂਪੁਰਖਾਂ ਨੇ ਇਹਨਾਂ ਅਨੇਕ ਸਿੱਖਿਆਵਾਂ ਵਿੱਚੋਂ ਇੱਕ ਜਿਹੜੀ ਸਿੱਖਿਆ ਦਿੱਤੀ ਆ, ਉਹ ਸਿੱਖਿਆ ਦਿੱਤੀ ਆ ਸਰਬਲੋਹ ਦੀ। ਹੁਣ ਦੇਖੋ ਸਰਬਲੋਹ ਦੇ ਵਿੱਚ ਖਾਣ ਦੀ ਪਹਿਲਾਂ ਸਿੱਖਿਆ ਹੈਗੀ ਆ। ਦੋ ਚੀਜ਼ਾਂ ਜ਼ਰੂਰੀ ਆ, ਇੱਕ ਤਾਂ ਇਨਸਾਨ ਤਨ ਕਰਕੇ ਰੋਗ ਹੋਵੇ, ਦੂਸਰਾ ਮਨ ਕਰਕੇ ਰੋਗ ਹੋਵੇ। ਸੋ ਇਹਨਾਂ ਦਾ ਜਿਹੜਾ ਹੱਲ ਹੈ ਉਹ ਧਰਮ ਜਗ ਦੇ ਅੰਦਰ ਹੈ। ਕਿਉਂ ਤਨ ਕਰਕੇ ਅਗਰ ਅਸੀਂ ਰੋਗ ਹੋਣਾ ਹੈਗਾ ਅਤੇ ਫਿਰ ਭਾਈ ਸਾਨੂੰ ਆਪਣਾ ਜਿਹੜਾ ਜੋ ਬਣਾਉਣ ਦਾ ਤਰੀਕਾ ਹੈਗਾ, ਉਹ ਜੋ ਪਦਾਰਥ ਅਸੀਂ ਬਣਾਉਣੇ ਆ, ਉਹ ਪਦਾਰਥ ਕਿਹੜੇ ਆ, ਉਹ ਕੇਵਲ ਅਤੇ ਕੇਵਲ ਅਸੀਂ ਪੁਰਾਤਨ ਸਮੇਂ ਦੇ ਹਿਸਾਬ ਦੇ ਨਾਲ ਅਗਰ ਸਰਬਲੋਹ ਦੇ ਵਿੱਚ ਬਣਾਈਏ ਤਾਂ ਫਿਰ ਭਾਈ ਆਪਾਂ ਦੇਖਾਂਗੇ ਕਿ ਸਾਡੇ ਜੀਵਨ ਦੇ ਅੰਦਰ ਕਿਵੇਂ ਨਵੀਂ ਕ੍ਰਾਂਤੀ ਆਉਂਦੀ ਆ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੇਖੋ, ਪਹਿਲਾਂ ਜਿਹੜਾ ਪੁਰਾਤਨ ਲੋਹ ਦੇ ਭਾਂਡਿਆਂ ਦੇ ਵਿੱਚ ਜਿਹੜੇ ਖਾਣੇ ਬਣਾਏ ਜਾਂਦੇ ਸੀ, ਉਹਨਾਂ ਲੋਕਾਂ ਦੀ ਅਗਰ ਅਸੀਂ ਤੁਲਨਾ ਕਰੀਏ ਉਹ ਸਰੀਰਕ ਤੌਰ ਦੇ ਉੱਤੇ ਬੜੇ ਮਜ਼ਬੂਤ ਸੀ, ਔਰ ਖ਼ਾਸ ਕਰਕੇ ਉਹ ਮਨ ਕਰਕੇ ਵੀ ਬੜੇ ਮਜ਼ਬੂਤ ਸੀਗੇ। ਪਰ ਅੱਜ ਸਰੀਰ ਕਰਕੇ ਤਾਂ ਅਸੀਂ ਕਮਜ਼ੋਰ ਹਾਂ, ਬਿਮਾਰੀਆਂ 'ਚ ਘਿਰੇ ਹਾਂ, ਪਰ ਮਨ ਕਰਕੇ ਅਸੀਂ ਇੰਨੇ ਕਮਜ਼ੋਰ ਹੋ ਗਏ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰੀਏ ਕੀ ਨਾ ਕਰੀਏ, ਕਿਉਂਕਿ ਸਾਡੇ ਪਾਸ ਕੋਈ ਸਹਾਰਾ ਨਹੀਂ ਹੈ। ਇਸ ਕਰਕੇ ਭਾਈ ਪਹਿਲਾਂ ਸਾਡੀ ਜਿਹੜੀ ਹੈ ਨਾ ਖੁਰਾਕ ਹੈਗੀ ਆ ਉਸ ਨੂੰ ਸੁਧਾਰਨ ਦੀ ਲੋੜ ਆ। ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਜੈਸਾ ਅੰਨ ਤੈਸਾ ਮਨ, ਜਿਹੋ ਜਿਹਾ ਅੰਨ ਹੋਊਗਾ ਉਹੋ ਜਿਹਾ ਮਨ ਹੋਊਗਾ। ਅਤੇ ਅੰਨ ਇਹ ਜਿਹੜਾ ਹੈਗਾ ਜਿਹਨਾਂ ਭਾਂਡਿਆਂ ਵਿੱਚ ਅਸੀਂ ਬਣਾਵਾਂਗੇ, ਉਹ ਭਾਂਡੇ ਜਿਹੜੇ ਹਨ ਅਗਰ ਸਰਬਲੋਹ ਦੇ ਵਰਤੇ ਜਾਣ ਅਤੇ ਇਹ ਸਭ ਤੋਂ ਉੱਤਮ ਹੈਗਾ। ਕਿਉਂਕਿ ਜਿਹੜਾ ਸਰਬਲੋਹ ਆ ਜਿੱਥੇ ਸਰੀਰ ਦੀ ਬਾਹਰੋਂ ਰੱਖਿਆ ਕਰਦਾ ਹੈਗਾ, ਉਹਦੀ ਅੰਦਰੋਂ ਰੱਖਿਆ ਵੀ ਕਰਦਾ ਹੈਗਾ। ਖਾਸ ਕਰਕੇ ਅੱਜ ਸਾਇੰਸ ਦੇ ਜ਼ਮਾਨੇ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਇਸ ਬੰਦੇ ਨੂੰ ਇਸ ਦੇ ਸਰੀਰ ਦੇ ਵਿੱਚ ਇਹ ਲੋਹੇ ਦੀ ਘਾਟ ਹੈਗੀ ਆ।
ਇਹ ਜਿਹੜੇ ਤੱਤ ਹੈਗੇ ਲੋਹੇ ਦੇ ਬੜੇ ਘੱਟ ਹੈਗੇ ਆ। ਇਸ ਕਰਕੇ ਜਿਹੜੇ ਗੁਰਸਿੱਖ ਜਾਂ ਜਿਹੜੇ ਗੁਰਮੁਖ ਪਿਆਰੇ ਲੋਹੇ ਦੇ ਬਰਤਨਾਂ ਦੇ ਵਿੱਚ ਆਪਣੀਆਂ ਸਬਜ਼ੀਆਂ ਬਣਾਉਂਦੇ ਆ ਜਾਂ ਲੋਹੇ ਦੇ ਬਰਤਨਾਂ ਦੇ ਵਿੱਚ ਜਲ ਵਗੈਰਾ ਛਕਦੇ ਆ, ਤੁਸੀਂ ਦੇਖੋਗੇ ਕਿ ਉਹਨਾਂ ਦਾ ਸਰੀਰ ਕਿੰਨੀ ਛੇਤੀ ਨਿਰੋਗ ਹੋ ਜਾਂਦਾ ਹੈਗਾ, ਕਿੰਨੀ ਛੇਤੀ ਸਰੀਰ ਦੀ ਚੜ੍ਹਦੀ ਕਲਾ ਬਣ ਜਾਂਦੀ ਹੈਗੀ ਆ। ਇਸੇ ਕਰਕੇ ਤਾਂ ਸਾਨੂੰ ਕਲਗੀਧਰ ਮਹਾਰਾਜ ਨੇ ਲੋਹੇ ਦੇ ਬਾਟੇ ਦੇ ਵਿੱਚ ਹੀ ਅੰਮ੍ਰਿਤ ਛਕਾਇਆ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਸਾਨੂੰ ਇਹ ਸੋਚਣ ਲਈ ਜ਼ਰੂਰ ਇਸ ਦੇ ਉੱਤੇ ਦ੍ਰਿੜਤਾ ਦੇ ਨਾਲ ਪਹਿਰਾ ਦੇਣਾ ਚਾਹੀਦਾ ਹੈ ਕਿ ਅੱਜ ਤੋਂ ਬਾਅਦ ਅਸੀਂ ਜਿੰਨੇ ਵੀ ਜਿਹੜੇ ਉਹ ਪੁਰਾਣੇ ਸਮੇਂ ਦੇ ਜੋ ਬਰਤਨ ਇਸਤੇਮਾਲ ਕਰਦੇ ਸੀ ਉਹਨਾਂ ਵਸਤਰਾਂ ਨੂੰ ਛੱਡ ਕੇ ਹੁਣ ਸਾਨੂੰ ਲੋਹੇ ਦੇ ਬਰਤਨ ਘਰਾਂ ਦੇ ਵਿੱਚ ਰੱਖ ਕੇ ਇਹਨਾਂ ਵਿੱਚ ਖਾਣਾ ਬਣਾਉਣਾ, ਇਹਨਾਂ ਦੇ ਵਿੱਚ ਜਲ ਵਗੈਰਾ ਛਕਣਾ, ਇਹ ਸਾਡੇ ਜੀਵਨ ਨੂੰ ਬੜੀਆਂ ਉੱਚੀਆਂ ਉਚਾਈਆਂ ਤੇ ਬੁਲੰਦੀਆਂ ਤੇ ਪਹੁੰਚਾ ਸਕਦਾ ਹੈਗਾ। ਦੇਖੋ, ਜਿਵੇਂ ਆਪਾਂ ਸਰੀਰ ਦੀ ਗੱਲ ਕਰੀਏ ਤਾਂ ਇੱਕ ਸੱਜਣ ਦੱਸਦੇ ਸੀਗੇ ਕਿ ਉਹ ਜਿਹੜੇ ਸੱਜਣ ਸੀਗੇ ਉਹਨਾਂ ਦੀ ਉਮਰ ਤਕਰੀਬਨ 24-25 ਸਾਲ ਦੀ ਬਿਲਕੁਲ ਯੰਗ ਸੀਗੇ, ਪਰ ਤਕਰੀਬਨ ਅੱਧਾ ਘੰਟਾ ਜਦੋਂ ਕੰਮ ਕਰਦੇ ਸੀ ਉਸ ਤੋਂ ਬਾਅਦ ਉਹਨਾਂ ਨੂੰ ਸਾਹ ਬੜਾ ਚੜ੍ਹ ਜਾਂਦਾ ਸੀਗਾ, ਲੱਤਾਂ ਫੁੱਲਦੀਆਂ ਸੀਗੀਆਂ, ਸਰੀਰ ਦੇ ਵਿੱਚ ਬੜੀ ਕਮਜ਼ੋਰੀ ਹੁੰਦੀ ਸੀਗੀ। ਸੋ ਉਹ ਜਿਹੜੇ ਸੱਜਣ ਸੀਗੇ ਉਹ ਜਦ ਤੱਕ ਦਵਾਈਆਂ ਲੈਂਦੇ ਸੀਗੇ, ਹੁਣ ਜਿਹੜੀਆਂ ਦਵਾਈਆਂ ਹੈਗੀਆਂ ਉਹ ਵੀ ਕੋਈ ਖਾਸ ਕਾਰਗਰ ਸਿੱਧ ਨਹੀਂ ਹੁੰਦੀਆਂ, ਕਿਉਂਕਿ ਜਦੋਂ ਦਵਾਈ ਖਾ ਲੈਣੀ ਉਦੋਂ ਉਸ ਦਵਾਈ ਦਾ ਨਸ਼ਾ ਰਹਿੰਦਾ ਹੈਗਾ, ਪਰ ਜਦ ਦਵਾਈ ਛੱਡ ਦੇਣੀ ਫਿਰ ਸਰੀਰ ਉਸੇ ਤਰ੍ਹਾਂ ਕਮਜ਼ੋਰ ਹੋ ਜਾਣਾ। ਹੁਣ ਦਵਾਈਆਂ ਜਿਹੜੀਆਂ ਹਨ ਇਸ ਰੋਗ ਨੂੰ ਕੱਟ ਨਹੀਂ ਸਕਦੀਆਂ। ਸੋ ਉਸ ਟਾਈਮ ਦੱਸਦੇ ਆ ਕਿ ਨੇਕ ਨੀਤੀ ਦੇ ਨਾਲ ਜਿਸ ਪਿੰਡ ਦੇ ਵਿੱਚ ਇਹ ਸੱਜਣ ਰਹਿੰਦੇ ਸੀਗੇ ਉੱਥੇ ਇੱਕ ਨਿਹੰਗ ਸਿੰਘ ਆਏ, ਅਤੇ ਉਹ ਨਿਹੰਗ ਸਿੰਘ ਜਿਹੜੇ ਸੀਗੇ ਉਹ ਸਰਬਲੋਹ ਦੇ ਬਾਟੇ ਦੇ ਵਿੱਚ ਜਲ ਛਕਾਉਂਦੇ ਹੁੰਦੇ ਸੀ, ਅਤੇ ਜਿਹੜੇ ਸਰਬਲੋਹ ਦੇ ਬਾਟੇ 'ਚ ਜਲ ਛਕਾਉਂਦੇ ਹੁੰਦੇ ਸੀ ਤਾਂ ਉਹਨਾਂ ਨੇ ਜਿਹੜੇ ਸੀ ਪਿੰਡ ਦੇ ਵਿੱਚ ਇਹ ਸੁਨੇਹਾ ਭੇਜਿਆ ਕਿ ਅਗਰ ਕਿਸੇ ਨੂੰ ਕੋਈ ਬਿਮਾਰੀ ਆ ਉਹ ਮੇਰੇ ਪਾਸ ਆਵੋ ਅਤੇ ਸਰਬਲੋਹ ਦੇ ਬਾਟੇ 'ਚ ਜਲ ਛਕੇ ਅਤੇ ਉਹ ਪੂਰੀ ਤਰ੍ਹਾਂ ਨਿਰੋਗ ਹੋ ਸਕਦਾ ਹੈਗਾ। ਪਰ ਪਹਿਲਾਂ ਜਿਵੇਂ ਪਿੰਡ ਵਾਲੇ ਨੂੰ ਆਦਤ ਆ ਕਿ ਹਰੇਕ ਜਦੋਂ ਨਵੀਂ ਚੀਜ਼ ਉਸ ਚੀਜ਼ ਦਾ ਮਜ਼ਾਕ ਉਡਾਇਆ ਜਾਂਦਾ ਹੈਗਾ, ਪਰ ਦੱਸਦੇ ਆ ਕਿ ਕੁਛ ਸੱਜਣ ਜਿਹੜੇ ਸੀਗੇ ਜਦ ਉੱਥੇ ਗਏ ਆ, ਇੱਕ ਸੱਜਣ ਜਿਹੜਾ ਕਾਫੀ ਕਮਜ਼ੋਰ ਸੀਗਾ, ਜਦ ਉਸ ਨੇ ਨਿਹੰਗ ਸਿੰਘ ਨੂੰ ਕਿਹਾ ਕਿ ਮੈਂ ਆਪ ਜੀ ਦੇ ਬਾਟੇ 'ਚ ਜਲ ਛਕਣਾ ਹੈਗਾ, ਅਤੇ ਫਿਰ ਨਿਹੰਗ ਸਿੰਘ ਜੀ ਨੇ ਆਖਿਆ ਸੀ, ਕਹਿੰਦੇ ਵੀ ਭਾਈ ਪਹਿਲਾਂ ਤੂੰ ਮੂਲ ਮੰਤਰ ਦਾ ਪਾਠ ਕਰ, ਫਿਰ ਮੈਂ ਤੈਨੂੰ ਜਲ ਛਕਾਉਂਦਾ ਹੈਗਾ। ਸੋ ਦੇਖੋ, ਉਹ ਜਿਹੜਾ ਜਲ ਛਕਣ ਵਾਲਾ ਸੱਜਣ ਸੀਗਾ ਉਹਨੂੰ ਜ਼ਿੰਦਗੀ 'ਚ ਪਿਆਸ ਨਹੀਂ ਸੀ ਲੱਗਦੀ ਹੁੰਦੀ, ਅਤੇ ਤਕਰੀਬਨ ਪੂਰੇ ਦਿਨ ਦੇ ਵਿੱਚ ਉਹ 1 ਗਲਾਸ ਹੀ ਜਲ ਦਾ ਛਕਦਾ ਸੀਗਾ। ਪਰ ਜਦੋਂ ਨਿਹੰਗ ਸਿੰਘ ਨੇ ਜਿਹੜਾ ਸੀਗਾ ਉਸ ਨੂੰ ਬਾਟਾ ਜਲ ਭਰ ਕੇ ਦਿੱਤਾ ਛਕਣ ਵਾਸਤੇ, ਅਤੇ ਜਦੋਂ ਉਹਨੇ 1 ਬਾਟਾ ਪੀਤਾ ਤਾਂ ਉਹਨੂੰ ਬੜੀ ਰਾਹਤ ਮਹਿਸੂਸ ਹੋਈ। ਉਹਨੇ ਹੋਰ ਜਲ ਮੰਗਿਆ, ਫਿਰ 1 ਹੋਰ ਬਾਟਾ ਉਸਨੇ ਜਲ ਦਾ ਛਕਿਆ, ਅਤੇ ਉਸ ਤੋਂ ਬਾਅਦ ਉਹਦਾ ਬੜਾ ਧਰਵਾਸ ਵੱਜਿਆ। ਇਸ ਤਰ੍ਹਾਂ ਕਰਦੇ ਉਸਨੇ ਕਿਹਾ ਵੀ 1 ਬਾਟਾ ਮੈਨੂੰ ਹੋਰ ਜਲ ਦਾ ਦੇ, ਅਤੇ ਨਿਹੰਗ ਸਿੰਘ ਜੀ ਨੇ 1 ਬਾਟਾ ਉਸਨੂੰ ਫਿਰ ਹੋਰ ਜਲ ਦਾ ਭਰ ਕੇ ਦਿੱਤਾ। ਇਸ ਤਰ੍ਹਾਂ ਉਹ 3 ਬਾਟੇ ਛਕ ਗਿਆ, ਅਤੇ 1 ਬਾਟੇ ਵਿੱਚ ਤਕਰੀਬਨ 2 ਗਲਾਸ ਜਲ ਦੇ ਪੈਂਦੇ ਸੀ। ਉਹ ਸੱਜਣ ਜਿਹੜੇ ਸੀਗੇ 1 ਗਲਾਸ ਦਿਨ 'ਚ ਪੀਣ ਵਾਲੇ, ਉਹ 6 ਗਲਾਸ ਇੱਕੋ ਟਾਈਮ ਹੀ ਜਲ ਦਾ ਪੀ ਗਏ। ਉਸ ਤੋਂ ਬਾਅਦ ਫਿਰ ਦੱਸਦੇ ਆ ਕਿ ਜਦ ਇਸ ਗੱਲ ਦਾ ਪਤਾ ਆਲੇ ਦੁਆਲੇ ਪਿੰਡ 'ਚ ਲੱਗਾ ਸੀਗਾ, ਫਿਰ ਬਹੁਤ ਸਾਰੀ ਸੰਗਤ ਜਿਹੜੀ ਸੀ ਉਹ ਜਲ ਛਕਣ ਚੱਲ ਗਈ ਸੀ। ਸੋ ਉਹ ਵੀ ਜਿਹੜਾ ਸੱਜਣ ਸੀਗਾ ਜਿਹੜਾ ਬੜਾ ਕਮਜ਼ੋਰ ਸੀਗਾ, ਜਦ ਉਹਦੇ ਘਰ ਦੇ ਉਹਨੂੰ ਉਸ ਨਿਹੰਗ ਸਿੰਘ ਜੀ ਦੇ ਪਾਸ ਜਲ ਛਕਾਉਣ ਵਾਸਤੇ ਲੈ ਕੇ ਗਏ ਸੀ, ਉਹ ਦੱਸਦੇ ਆ ਕਿ ਜਿਉਂ ਉਹਨੇ ਜਲ ਛਕਿਆ ਤਕਰੀਬਨ 1 ਹਫ਼ਤੇ ਦੇ ਅੰਦਰ ਹੀ ਉਹ ਜਿਹੜੇ ਸੱਜਣ ਸੀਗੇ ਜਿਹੜੇ ਬਹੁਤ ਕਮਜ਼ੋਰ ਸੀ, ਕੰਮ ਕਰਦਿਆਂ ਸਾਹ ਚੜ੍ਹਦਾ ਸੀਗਾ, ਉਹ ਬਿਲਕੁਲ 9/9 ਹੋ ਗਏ। ਐਸੀ ਲੋਹ ਸ਼ਕਤੀ ਦਾ ਚਮਤਕਾਰ ਹੈ, ਐਸੀ ਕਰਾਮਾਤ ਹੈ ਇਸ ਦੇ ਅੰਦਰ। ਸੋ ਇਸ ਤਰ੍ਹਾਂ ਇੱਕ ਬੀਬੀ ਸੀਗੀ, ਉਹ ਦੱਸਦੀ ਸੀ ਕਿ ਮੇਰੀਆਂ ਲੱਤਾਂ ਦੇ ਵਿੱਚ ਪੀੜ ਬਹੁਤ ਰਹਿੰਦੀ ਹੁੰਦੀ ਸੀ, ਅਤੇ ਜਦੋਂ ਵੀ ਦੇਖਣਾ ਦਰਦ ਰਹਿਣੀ ਅਤੇ ਮੈਂ ਕੰਮ ਕਾਰ ਨਹੀਂ ਸੀ ਕਰ ਸਕਦੀ। ਪਰ ਕਹਿੰਦੀ ਉਸ ਤੋਂ ਬਾਅਦ ਫਿਰ ਜਦੋਂ ਮੈਨੂੰ ਇਸ ਸਰਬਲੋਹ ਦੀ ਕਰਾਮਾਤ ਦਾ ਪਤਾ ਲੱਗਾ ਸੀਗਾ, ਫਿਰ ਕਹਿੰਦੀ ਵੀ ਮੈਂ 1 ਬਾਟਾ ਜਿਹੜਾ ਸਰਬਲੋਹ ਦਾ ਉਹ ਆਪ ਘਰ ਦੇ ਵਿੱਚ ਮੰਗਾਇਆ ਸੀਗਾ ਅਤੇ ਉਹ 'ਚ ਜਲ ਛਕਣਾ ਸ਼ੁਰੂ ਕੀਤਾ। ਤਕਰੀਬਨ ਕਹਿੰਦੇ ਵੀ ਜਿਉਂ ਹੀ ਉਹ ਸਰਬਲੋਹ ਦੇ ਬਾਟੇ 'ਚ ਜਲ ਛਕਿਆ, ਐਸੀ ਕਰਾਮਾਤ ਉਸ ਪਾਣੀ ਦੇ ਅੰਦਰ ਆਈ ਆ ਕਿ ਨਾ ਤਾਂ ਅੱਜ ਮੇਰੀਆਂ ਲੱਤਾਂ ਪੀੜ ਕਰਦੀਆਂ, ਨਾ ਦਰਦ ਹੁੰਦੀ ਆ, ਨਾ ਸਾਹ ਚੜ੍ਹਦਾ ਹੈਗਾ, ਕਦੇ ਕੋਈ ਤਕਲੀਫ ਨਹੀਂ, ਜਿਵੇਂ ਸਾਰੀਆਂ ਬਿਮਾਰੀਆਂ ਖੰਭ ਲਾ ਕੇ ਉੱਡ ਗਈਆਂ ਹੋਣ। ਅਤੇ ਅੱਜ ਕਹਿੰਦੀ ਮੈਂ ਪੂਰੀ ਤਰ੍ਹਾਂ 9/9 ਅਤੇ ਸਾਰੇ ਘਰ ਦੇ ਕੰਮ ਕਾਰ ਕਰ ਸਕਦੀ ਹਾਂ। ਸੋ ਇਸ ਤੋਂ ਭਾਵ ਇਹ ਆ ਕਿ ਅੱਜ ਸਾਨੂੰ ਇਸ ਚੀਜ਼ ਦੇ ਉੱਤੇ ਪਹਿਰਾ ਦੇਣਾ ਪੈਣਾ ਕਿ ਘਰ ਦੇ ਵਿੱਚ ਜਿਹੜੇ ਅਸੀਂ ਸਟੀਲ ਦੇ ਭਾਂਡੇ ਵਰਤਦੇ ਹਾਂ ਜਾਂ ਹੋਰ ਧਾਤਾਂ ਦੇ ਭਾਂਡੇ ਵਰਤਦੇ ਹਾਂ, ਉਹਨਾਂ ਸਾਰੇ ਭਾਂਡਿਆਂ ਦਾ ਤਿਆਗ ਕਰਕੇ ਤਾਂ ਸਾਨੂੰ ਹੁਣ ਸਰਬਲੋਹ ਦੇ ਭਾਂਡੇ ਘਰ ਦੇ ਵਿੱਚ ਲਿਆਉਣੇ ਚਾਹੀਦੇ ਆ। ਖਾਸ ਕਰਕੇ ਅਗਰ ਅਸੀਂ ਜਲ ਵੀ ਛਕਣਾ ਤਾਂ ਵੀ ਸਾਨੂੰ ਜਿਹੜੇ ਹੈ ਉਹ ਸਰਬਲੋਹ ਦਾ ਬਰਤਨ ਘਰ ਦੇ ਵਿੱਚ ਰੱਖਣਾ ਚਾਹੀਦਾ ਹੈਗਾ। ਅਤੇ ਉਸ ਤੋਂ ਬਾਅਦ ਅਗਰ ਅਸੀਂ ਸਬਜ਼ੀਆਂ ਵੀ ਬਣਾਉਣੀਆਂ ਹੈ, ਦਾਲ ਸਬਜ਼ੀਆਂ ਬਣਾਉਣੀਆਂ, ਅਤੇ ਸਾਨੂੰ ਹੁਣ ਸਹਿਜ ਦੇ ਵਿੱਚ ਸਰਬਲੋਹ ਦੇ ਬਣੇ ਹੋਏ ਬਰਤਨ ਮਿਲ ਜਾਂਦੇ ਆ, ਅਤੇ ਉਹਨਾਂ ਬਰਤਨਾਂ ਦੇ ਵਿੱਚ ਅਗਰ ਅਸੀਂ ਇਹ ਸਾਰਾ ਖਾਣਾ ਤਿਆਰ ਕਰਕੇ ਖਾਵਾਂਗੇ
ਤੇ ਫਿਰ ਅਸੀਂ ਇਸ ਦਾ ਦੇਖਾਂਗੇ ਕਿ ਜਿਹੜੀਆਂ ਬਿਮਾਰੀਆਂ ਅਸੀਂ ਸੁਣੀਆਂ ਸੀਗੀਆਂ ਅੱਜ ਇੰਨੀਆਂ ਖੌਫਨਾਕ, ਇਹੋ ਜਿਹੀਆਂ ਬਿਮਾਰੀਆਂ ਸਦਾ ਵਾਸਤੇ ਉੜ ਜਾਣਗੀਆਂ। ਕਿਉਂਕਿ ਜਿਹੜਾ ਸਰਬਲੋਹ ਆ ਉਹ ਕਲਗੀਧਰ ਮਹਾਰਾਜ ਜੀ ਨੇ ਦੱਸਿਆ ਹੈਗਾ ਕਿ ਜਿੱਥੋਂ ਉਹ ਬਾਹਰੋਂ ਸਾਡੀ ਰੱਖਿਆ ਕਰਦਾ ਹੈ ਸ਼ਾਸਤਰਾਂ ਦੇ ਰੂਪ ਦੇ ਵਿੱਚ, ਤੇ ਇਹ ਸਾਡੀ ਰੱਖਿਆ ਜਿਹੜੀ ਆ ਅੰਦਰੋਂ ਬਿਮਾਰੀਆਂ ਦੇ ਰੂਪ ਦੇ ਵਿੱਚ ਵੀ ਕਰਦਾ ਜਦੋਂ ਅਸੀਂ ਸਰਬਲੋਹ ਦੇ ਬਰਤਨ ਜਿਹੜੇ ਆ ਉਹਨਾਂ ਦੇ ਵਿੱਚ ਖਾਣਾ ਬਣਾ ਕੇ ਛਕਾਂਗੇ। ਸੋ ਇਸ ਕਰਕੇ ਭਾਈ ਅੱਜ ਸਾਨੂੰ ਜਾਗਰਤ ਹੋਣ ਦੀ ਲੋੜ ਹੈਗੀ ਹੈ। ਜਿੰਨਾ ਅਸੀਂ ਜਾਗਰਤ ਹੋਵਾਂਗੇ, ਖਾਸ ਕਰਕੇ ਬੱਚਿਆਂ ਨੂੰ, ਨੌਜਵਾਨ ਬੱਚੇ ਜਾਂ ਜਿਹੜੇ ਅੱਜ ਨਵ ਜੰਮੇ ਬੱਚੇ ਆ, ਉਹਨਾਂ ਨੂੰ ਸਰਬਲੋਹ ਦੇ ਬਰਤਨਾਂ ਦੇ ਵਿੱਚ ਜਦੋਂ ਅਸੀਂ ਖਾਣਾ ਖਿਲਾਉਣਾ ਸਿਖਾਵਾਂਗੇ ਤੇ ਫਿਰ ਅਸੀਂ ਦੇਖਾਂਗੇ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ, ਪੀੜ੍ਹੀਆਂ ਹੈਗੀਆਂ, ਇਹ ਕਿੰਨੀਆਂ ਸ਼ਕਤੀਸ਼ਾਲੀ ਅਤੇ ਫਰਤੀਲੀਆਂ ਹੋਣਗੀਆਂ। ਇਸ ਕਰਕੇ ਸਾਨੂੰ ਹੁਣ ਜਿਹੜੀ ਆਹ ਨਵੀਂ ਸਾਡੀ ਜਿਹੜੀ ਵਿਗਿਆਨਕ ਸੋਚ ਹੈ ਜਾਂ ਚਮਕ ਦਮਕ ਦੀ ਸੋਚ ਹੈਗੀ, ਇਸ ਨੂੰ ਛੱਡ ਕੇ ਸਾਨੂੰ ਪੁਰਾਤਨ ਸੋਚ ਜੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ੀ ਆ, ਉਸ ਸੋਚ ਦੇ ਉੱਤੇ ਸਾਨੂੰ ਹੁਣ ਚੱਲਣ ਦੀ ਲੋੜ ਆ। ਅਤੇ ਇਹਦੇ ਵਿੱਚੋਂ ਹੈ ਸਰਬਲੋਹ ਦੇ ਬਰਤਨਾਂ ਦੀ ਜੋ ਵਰਤੋਂ ਕਰਨੀ ਹੈ, ਇਹ ਸਾਨੂੰ ਪਹਿਲ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ। ਦੂਸਰਾ ਦੇਖੋ, ਜਿਹੜਾ ਸਰਬਲੋਹ ਆ, ਇਸ ਸਰਬਲੋਹ ਦੇ ਅੰਦਰ ਹੋਰ ਵੀ ਵੱਡੀਆਂ ਸਾਰੀਆਂ ਕਰਾਮਾਤਾਂ ਛਿਪੀਆਂ ਹੈਗੀਆਂ। ਅਸੀਂ ਖਾਸ ਕਰਕੇ ਦੇਖਦੇ ਹਾਂ ਕਿ ਕਲਗੀਧਰ ਮਹਾਰਾਜ ਨੇ ਸਾਨੂੰ ਜਦੋਂ 5 ਕਕਾਰ ਬਖਸ਼ੇ ਸੀ, ਉਹਨਾਂ ਵਿੱਚੋਂ ਇੱਕ ਕਕਾਰ ਸਾਨੂੰ ਸਰਬਲੋਹ ਦਾ ਕੜਾ ਬਖਸ਼ਿਆ ਸੀਗਾ। ਹੁਣ ਸਰਬਲੋਹ ਦੇ ਕੜੇ ਦੇ ਪਿੱਛੇ ਬੈਕਗਰਾਊਂਡ ਕੀ ਆ, ਇਹ ਵੀ ਜਿਹੜਾ ਬੜੀ ਵਿਲੱਖਣ ਖੇਡ ਹੈਗੀ ਆ, ਇਹ ਵੀ ਇੱਕ ਦੇਖਣ ਵਾਲੀ ਖੋਜ ਹੈਗੀ ਆ। ਸਾਨੂੰ ਇਹ ਵੀ ਪਤਾ ਹੈਗਾ ਕਿ ਸਾਡੇ ਧਰਮ ਜਗ ਦੀ ਦੁਨੀਆ ਦੇ ਅੰਦਰ ਜਿਹੜੇ ਖੋਜੀ ਬੰਦੇ ਹੁੰਦੇ ਆ, ਉਹਨਾਂ ਨੂੰ ਪਤਾ ਹੈਗਾ ਕਿ ਇਸ ਬ੍ਰਹਿਮੰਡ ਸੰਸਾਰ ਦੇ ਅੰਦਰ ਜਿੱਥੇ ਚੰਗੀਆਂ ਰੂਹਾਂ ਵਿਚਰਦੀਆਂ, ਉੱਥੇ ਮਾੜੀਆਂ ਵੀ ਹੈਗੀਆਂ। ਭਾਵ ਕਿ ਜਿੱਥੇ ਚੰਗੇ ਬੰਦੇ ਦੁਨੀਆ 'ਚ ਆ, ਉੱਥੇ ਮਾੜੇ ਬੰਦੇ ਵੀ ਦੁਨੀਆ ਦੇ ਵਿੱਚ ਆ। ਜਿਵੇਂ ਗੁਰਬਾਣੀ ਨੇ ਆਖਿਆ ਕਿ ਸੰਖ ਜਪ ਸੰਖ ਭਉ, ਅਸੰਖ ਪੂਜਾ ਅਸੰਖ ਤਪ ਤਾਉ, ਪਰ ਇਹਦੇ ਵਿਪਰੀਤ ਵੀ ਦੱਸਿਆ ਹੈ ਕਿ ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ। ਸੋ ਇਸ ਤਰ੍ਹਾਂ ਇਹ ਵਿਪਰੀਤ, ਦੋ ਜਿਹੜੀਆਂ ਵਿਪਰੀਤ ਚੀਜ਼ਾਂ ਹਮੇਸ਼ਾ ਰਹਿੰਦੀਆਂ ਹੈ। ਸੋ ਇਸ ਕਰਕੇ ਸਾਡੇ ਅੰਦਰ ਜਿਹੜੀਆਂ ਅਸੁਰੀ ਸ਼ਕਤੀਆਂ ਹੈਗੀਆਂ, ਉਹ ਹਮੇਸ਼ਾ ਆਪਣਾ ਪ੍ਰਭਾਵ ਬਣਾਉਣ ਦਾ ਯਤਨ ਕਰਦੀਆਂ ਰਹਿੰਦੀਆਂ। ਪਰ ਜਿੱਥੇ ਸਰਬਲੋਹ ਹੋਵੇ, ਉਹ ਸਰਬਲੋਹ ਤੋਂ ਇੰਨੀਆਂ ਭੈਭੀਤ ਹੁੰਦੀਆਂ ਹੈ ਕਿ ਜਿਸ ਜਗ੍ਹਾ ਦੇ ਉੱਤੇ ਸਰਬਲੋਹ ਦੀ ਵਰਤੋਂ ਹੁੰਦੀ ਹੈ, ਉਹ ਤੋਂ ਇਹ ਜਿਹੜੀਆਂ ਅਸੁਰੀ ਸ਼ਕਤੀਆਂ ਦੂਰ ਰਹਿੰਦੀਆਂ ਹੈਗੀਆਂ। ਉਹਨਾਂ ਪੁਰਖਾਂ ਦੇ ਉੱਤੇ ਕਦੀ ਅਸਰ ਨਹੀਂ ਪਾ ਸਕਦੀਆਂ ਹੈਗੀਆਂ। ਇਸ ਦੀਆਂ ਇੱਕ ਨਹੀਂ ਅਨੇਕਾਂ ਜਿਹੜੀਆਂ ਉਦਾਹਰਨਾਂ ਹੈਗੀਆਂ ਸਾਨੂੰ ਸਹਿਜ ਦੇ ਵਿੱਚ ਹੀ ਪ੍ਰਾਪਤ ਹੋ ਜਾਂਦੀਆਂ ਹੈ। ਜਿਵੇਂ ਦਾਸ ਨੂੰ ਯਾਦ ਹੈਗਾ ਕਿ ਇੱਕ ਬੜਾ ਵੱਡਾ ਤਾਂਤਰਿਕ ਸੀਗਾ। ਉਹ ਜਿਹੜਾ ਤਾਂਤਰਿਕ ਸੀ, ਆਪਣੀ ਤੰਤਰ ਵਿੱਦਿਆ ਦਾ ਗਲਤ ਉਪਯੋਗ ਕਰਕੇ ਜਿਹੜੀਆਂ ਉਸ ਨਗਰ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਸੀ, ਉੱਥੇ ਆਪਣੀ ਤੰਤਰ ਵਿੱਦਿਆ ਦਾ ਅਸਰ ਦਿਖਾ ਕੇ ਉਹਨਾਂ ਔਰਤਾਂ ਨੂੰ ਆਪਣੀ ਤੰਤਰ ਵਿੱਦਿਆ ਦੀ ਤਾਕਤ ਦੇ ਨਾਲ ਆਪਣੇ ਪਾਸ ਬੁਲਾ ਲੈਂਦਾ ਸੀ। ਤਾਂ ਫਿਰ ਇਹਨਾਂ ਔਰਤਾਂ ਦਾ ਉਹ ਜਿਹੜਾ ਤਾਂਤਰਿਕ ਸੀਗਾ, ਉਹ ਸ਼ੋਸ਼ਣ ਕਰਦਾ ਹੁੰਦਾ ਸੀਗਾ। ਇੱਕ ਵਾਰ ਦੱਸਦੇ ਆ ਕਿ ਜਦੋਂ ਇਹ 7-8 ਕੇਸ ਉਸ ਨਗਰ ਦੇ ਵਿੱਚ ਹੋਏ ਸੀ, ਉਸ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਦਹਿਸ਼ਤ ਹੋ ਗਈ ਸੀ, ਕਿਉਂਕਿ ਔਰਤਾਂ ਰਾਤ ਨੂੰ ਕਿਵੇਂ ਘਰੋਂ ਨਿਕਲ ਜਾਂਦੀਆਂ ਸੀ, ਇਹ ਖੇਡ ਨੂੰ ਕੋਈ ਜਾਣ ਨਹੀਂ ਸੀ ਸਕਦਾ। ਅਤੇ ਔਰਤਾਂ ਜਦੋਂ ਘੜੋਂ ਤੋਂ ਨਿਕਲਦੀਆਂ ਸੀ, ਉਸ ਟਾਈਮ ਜਿਹੜੀਆਂ ਔਰਤਾਂ ਸੀਗੀਆਂ, ਉਹ ਆਪਣੇ ਕੱਪੜੇ ਵੀ ਘਰ ਦੇ ਵਿੱਚ ਹੀ ਉਤਾਰ ਕੇ ਚਲੀ ਜਾਂਦੀਆਂ ਸੀਗੀਆਂ। ਐਸੀ ਖੇਡ ਉਹ ਤਾਂਤਰਿਕ ਜਿਹੜਾ ਸੀਗਾ ਆਪਣੀ ਵਿੱਦਿਆ ਨਾਲ ਖੇਡਦਾ ਸੀਗਾ। ਇੱਕ ਵਾਰ ਦੱਸਦੇ ਆ ਕਿ ਜਦੋਂ ਇੱਕ ਔਰਤ ਲੜਕੀ ਜਿਹੜੀ ਸੀਗੀ ਉਸ ਤਾਂਤਰਿਕ ਦੇ ਪਾਸ ਅਲਫ ਨਗਨ ਹੋ ਕੇ ਜਦ ਉਹਦੇ ਪਾਸ ਜਾ ਰਹੀ ਸੀਗੀ, ਅਤੇ ਅਚਨਚੇਤ ਉਹਦਾ ਪੈਰ ਜਿਹੜਾ ਸੀਗਾ ਜਦੋਂ ਮੰਦਿਰ 'ਚ ਲੰਘੀ ਸੀ, ਅਤੇ ਉਹਦਾ ਪੈਰ ਉੱਥੇ ਇੱਕ ਥੋੜ੍ਹਾ ਜਲ ਇਕੱਠਾ ਸੀਗਾ, ਜਲ ਦੇ ਵਿੱਚ ਰੱਖ ਹੋ ਗਿਆ। ਜਦ ਜਲ 'ਚ ਰੱਖ ਹੋ ਗਿਆ ਤਾਂ ਉਸ ਫਿਰ ਲੜਕੀ ਨੂੰ ਯਕਦਮ ਜਦ ਹੋਸ਼ ਆਈ ਤਾਂ ਉਹਨੇ ਆਪਣੇ ਆਪ ਨੂੰ ਅਲਫ ਨੰਗਾ ਦੇਖ ਕੇ ਮੰਦਿਰ ਦੇ ਸਾਹਮਣੇ ਬੜੀ ਹੈਰਤ ਹੋਈ ਕਿ ਮੈਂ ਇੱਥੇ ਕਿਵੇਂ ਪਹੁੰਚ ਗਈ ਹਾਂ। ਪਰ ਫਿਰ ਉਹ ਲੜਕੀ ਜਿਹੜੀ ਸੀ ਰਾਤ ਦੇ ਹਨੇਰੇ ਵਿੱਚ ਭੱਜ ਕੇ ਆਪਣੇ ਘਰ ਗਈ ਆ। ਪਰ ਉਸ ਤੋਂ ਬਾਅਦ ਫਿਰ ਉਸ ਤਾਂਤਰਿਕ ਦਾ ਪਤਾ ਲੱਗ ਗਿਆ ਸੀ। ਸੋ ਲੇਕਿਨ ਇਹ ਕਿਵੇਂ ਹੋਇਆ ਸੀਗਾ, ਇਸ ਦੇ ਪਿੱਛੇ ਕੀ ਭੇਦ ਆ, ਇਹਦੇ ਵਿੱਚ ਦੱਸਦੇ ਆ ਸਗੇ ਮਹਾਂਪੁਰਖ ਕਿ ਉਸ ਟਾਈਮ ਕਿਸੇ ਪ੍ਰੇਮੀ ਨੇ ਉਸ ਮੰਦਿਰ ਦੇ ਵਿੱਚ ਇੱਕ ਸ਼ਿਵ ਭਗਵਾਨ ਦੀ ਮੂਰਤੀ ਸੀ, ਨਾਲ ਉਹਦਾ ਤਰਸ਼ੂਲ ਸੀ ਜਿਹੜਾ ਲੋਹੇ ਦਾ ਬਣਿਆ ਹੋਇਆ ਸੀ, ਬੜਾ ਸਖਤ ਤੇ ਮਜ਼ਬੂਤ ਸੀਗਾ, ਅਤੇ ਉਸ ਮੂਰਤੀ ਦਾ ਇਸ਼ਨਾਨ ਕਰਾਇਆ ਸੀਗਾ ਵਿਦ ਤਰਸ਼ੂਲ ਦੇ ਨਾਲ। ਇਸ ਕਰਕੇ ਜਿਹੜਾ ਇਸ਼ਨਾਨ ਕਰਾਇਆ ਸੀਗਾ ਉਸ ਜਲ ਦੇ ਵਿੱਚ, ਅਤੇ ਇਹ ਜਿਹੜਾ ਸਰਬਲੋਹ ਆ ਤਰਸ਼ੂਲ ਸੀਗਾ, ਉਹਦਾ ਅਸਰ ਉਹਦੇ ਨਾਲ ਘੁਲ ਗਿਆ ਸੀਗਾ। ਪਰ ਜਦੋਂ ਇਹ ਜਲ ਜਿਹੜਾ ਸੀਗਾ ਬਾਹਰ ਆਇਆ ਸੀਗਾ, ਅਤੇ ਉਹ ਤਾਂਤਰਿਕ ਵਿੱਦਿਆ ਦੇ ਪ੍ਰਭਾਵ ਦੇ ਵਿੱਚ ਅਲਫ ਨਗਨ ਦੀ ਹਾਲਤ ਵਿੱਚ ਜਾ ਰਹੀ ਲੜਕੀ ਦਾ ਪੈਰ ਜਦ ਉਸ ਜਲ ਦੇ ਵਿੱਚ ਪਿਆ ਸੀਗਾ, ਤਾਂ ਸਰਬਲੋਹ ਦੀ ਤਾਕਤ ਦੇ ਨਾਲ ਉਹ ਜਿਹੜੀ ਅਸੂਰੀ ਸ਼ਕਤੀ ਸੀਗੀ, ਤੰਤਰ ਵਿੱਦਿਆ ਸੀਗੀ, ਉਹਨੂੰ ਛੱਡ ਕੇ ਜਿਹੜੀ ਸੀ ਉਹ ਪਰੇ ਹੋ ਗਈ ਸੀ। ਇਸੇ ਕਰਕੇ ਸਾਡੇ ਸਿੱਖਾਂ ਦੇ ਵਿੱਚ ਸਾਨੂੰ ਮਹਾਂਪੁਰਖਾਂ ਨੇ ਕਿਹਾ ਕਿ ਤੁਸੀਂ ਸਰਬਲੋਹ ਦੇ ਕੜੇ ਪਾਉਣੇ ਆ, ਕਿਉਂਕਿ ਸਰਬਲੋਹ ਜਿਹੜਾ ਹੈ ਨਾ ਇਹ ਸਿੱਖ ਦੀ ਰੱਖਿਆ ਕਰਦਾ ਹੈਗਾ। ਸੋ
ਜਿਹੜਾ ਬਰਤਨਾਂ ਦੇ ਵਿੱਚ ਅਸੀਂ ਸਰਬਲੋ ਛਕਦੇ ਹਾਂ, ਖਾਣਾ ਖਾਂਦੇ ਹਾਂ, ਸਾਨੂੰ ਇਹ ਵੀ ਪਤਾ ਕਿ ਸੂਰੀ ਸ਼ਕਤੀਆਂ ਜਿੱਥੇ ਬਾਹਰੋਂ ਅਸਰ ਕਰਦੀਆਂ ਉਹ ਸਾਡੇ ਅੰਦਰ ਭੀਤਰ ਵੀ ਅਸਰ ਕਰਦੀਆਂ ਹੈਗੀਆਂ। ਸੋ ਜਿਹੜੀ ਬਾਹਰ ਦੀ ਰੱਖਿਆ ਹੈਗੀ ਉਹ ਸਾਡਾ ਜੋ ਸਰਬਲੋ ਦਾ ਕੜਾ ਹੈਗਾ ਉਹ ਕਰਦਾ ਹੈਗਾ, ਅਤੇ ਅੰਦਰ ਦੀ ਜਿਹੜੀ ਸਾਡੀ ਰੱਖਿਆ ਹੈਗੀ ਆ ਉਹ ਜਦੋਂ ਅਸੀਂ ਸਰਬਲੋ ਦੇ ਬਾਟਿਆਂ ਦੇ ਵਿੱਚ, ਬਰਤਨਾਂ ਦੇ ਵਿੱਚ ਜਦੋਂ ਅਸੀਂ ਭੋਜਨ ਛਕਾਂਗੇ ਜਾਂ ਬਣਾਵਾਂਗੇ, ਉਹ ਫਿਰ ਸਾਡੀ ਅੰਦਰ ਦੀ ਰੱਖਿਆ ਹੁੰਦੀ ਆ। ਜਿਵੇਂ ਇੱਕ ਮਹਾਤਮਾ ਦੱਸਦੇ ਸੀਗੇ ਕਿ ਮੈਂ ਇੱਕ ਸੱਜਣ ਦੇਖੇ, ਉਹ ਜਿਹੜੇ ਸੱਜਣ ਸੀਗੇ ਉਹ ਕਿਸੇ ਐਸੇ ਭਿਆਨਕ ਪ੍ਰੇਤ ਦੇ ਲਪੇਟ ਦੇ ਵਿੱਚ ਆਏ ਸੀਗੇ ਕਿ ਉਹ ਜਿਹੜਾ ਸੱਜਣ ਸੀਗਾ ਬਿਲਕੁਲ ਉਂਗਲੀ ਵਾਂਗੂ ਪਤਲਾ ਸੀਗਾ, ਪਰ ਉਸ ਨੂੰ 15-20 ਆਦਮੀ ਫੜ ਕੇ ਲੈ ਕੇ ਆ ਰਹੇ ਸੀ ਅਤੇ ਉਹ ਬੜੀ ਮੁਸ਼ਕਲ ਦੇ ਨਾਲ ਕਾਬੂ ਹੋ ਰਿਹਾ ਸੀਗਾ। ਪਰ ਉਸ ਟਾਈਮ ਕਹਿੰਦੇ ਫਿਰ ਜਿਹੜਾ ਮਹਾਤਮਾ ਦੇ ਪਾਸ ਉਹ ਲੈ ਕੇ ਆਏ ਸੀ ਤਾਂ ਉਹ ਮਹਾਤਮਾ ਨੇ ਦੱਸਿਆ ਕਿ ਇਸ ਨੂੰ ਇੱਕ ਨਹੀਂ, ਇਸ ਨੂੰ 71 ਭੂਤ ਚੁੰਬੜੇ ਹੋਏ ਆ। ਸੋ ਉਸ ਤੋਂ ਬਾਅਦ ਦੇਖੋ ਉਹਨਾਂ ਨੇ ਤਾਂ ਆਪਣਾ ਮੰਤਰ ਕੀਤਾ ਹੈਗਾ, ਪਰ ਦੇਖੋ ਮਤਲਬ ਕੀ ਹੈ ਕਿ ਜਿੱਥੇ ਇੱਕ ਵਾ ਅਤੇ ਇੱਕ ਚੀਜ਼ ਚੁੰਬੜਦੀ ਆ, ਉਹ ਆਪਣੇ ਨਾਲ ਦੇ ਹੋਰਾਂ ਸਾਥੀਆਂ ਨੂੰ ਵੀ ਬੁਲਾ ਲੈਂਦੀ ਆ। ਪਰ ਜਿੱਥੇ ਸਰਬਲੋ ਹੋਵੇ, ਜਿਸ ਬਰਤਨਾਂ 'ਚ ਸਰਬਲੋ 'ਚ ਅਸੀਂ ਛਕਦੇ ਹੋਈਏ, ਉਸ ਤੋਂ ਫਿਰ ਜਿਹੜੀਆਂ ਅਸੂਰੀ ਸ਼ਕਤੀਆਂ ਹਨ ਉਹ ਕੋਹਾਂ ਦੂਰ ਭੱਜਦੀਆਂ ਹੈਗੀਆਂ। ਇਸ ਕਰਕੇ ਜ਼ਰੂਰੀ ਆ ਕਿ ਸਰਬਲੋ ਜਿੱਥੇ ਸਾਡੀ ਹੈ ਨਾ ਬਾਹਰ ਦੀ ਰੱਖਿਆ ਕਰਦਾ, ਸਾਡੇ ਉਹ ਅੰਦਰ ਦੀ ਵੀ ਰੱਖਿਆ ਕਰਦਾ ਹੈ। ਸੋ ਅੱਜ ਆਪਾਂ ਦੇਖਦੇ ਹਾਂ ਕਿ ਜਿੱਥੇ ਗੁਰਸਿੱਖਾਂ ਨੂੰ ਕਲਗੀਧਰ ਮਹਾਰਾਜ ਨੇ ਬਖਸ਼ਿਸ਼ ਦੇ ਰੂਪ ਦੇ ਵਿੱਚ ਕੜਾ ਬਖਸ਼ਿਆ ਹੈਗਾ, ਅਤੇ ਇਸ ਸਰਬਲੋ ਦੀ ਮਹਾਨਤਾ ਨੂੰ ਦੇਖਦੇ ਹੋਏ, ਚਮਤਕਾਰੀ ਸ਼ਕਤੀ ਨੂੰ ਦੇਖਦੇ ਹੋਏ ਅੱਜ ਅਸੀਂ ਦੇਖਦੇ ਕਿ ਬਹੁਤ ਸਾਰੇ ਹਿੰਦੂ ਵੀਰ ਅਤੇ ਮੁਸਲਮਾਨ ਵੀਰ ਵੀ ਜਿਹੜੇ ਆ ਉਹ ਆਪਣੇ ਹੱਥਾਂ ਦੇ ਵਿੱਚ ਸਰਬਲੋ ਦਾ ਕੜਾ ਪਾਉਣਾ ਜਿਹੜਾ ਹੈ ਉਹ ਬਿਹਤਰ ਸਮਝਦੇ ਆ, ਕਿ ਉਹਨਾਂ ਨੂੰ ਪਤਾ ਹੈਗਾ ਕਿ ਇਸ ਲੋਹੇ ਦੇ ਅੰਦਰ ਬੜੀ ਖਾਸ ਤਾਕਤ ਛੁਪੀ ਹੋਈ ਹੈਗੀ ਆ। ਇਸ ਕਰਕੇ ਅਗਰ ਅਸੀਂ ਤਾਂਤਰਿਕ ਵੀ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਤਾਂਤਰਿਕ ਆ ਜਾਂ ਆਪਣੀਆਂ ਸ਼ਕਤੀਆਂ ਦੀ ਗਲਤ ਵਰਤੋਂ ਕਰਦੇ ਆ, ਅਤੇ ਜਿਨ੍ਹਾਂ ਸੱਜਣਾਂ ਦੇ ਉੱਤੇ ਉਹ ਗਲਤ ਵਰਤੋਂ ਕਰਦੇ ਆ, ਆਪਣੀ ਕਰਾਮਾਤ ਚਲਾਉਂਦੇ ਆ, ਆਪਣਾ ਇਲਮ ਚਲਾਉਂਦੇ ਆ, ਪਰ ਉਸ ਇਲਮ ਦੀ ਜਿਹੜੀ ਤਾਕਤ ਦੀ ਸ਼ਕਤੀ ਆ ਉਹਨਾਂ ਦੇ ਉੱਤੇ ਉਦੋਂ ਤੱਕ ਅਸਰ ਨਹੀਂ ਕਰ ਸਕਦੀ ਜਦ ਤੱਕ ਉਹਨਾਂ ਦੇ ਪਾਸ ਲੋਹੇ ਦੀ ਕੋਈ ਨਾ ਕੋਈ ਚੀਜ਼ ਹੈ। ਇਸ ਕਰਕੇ ਇਹੋ ਜਿਹੇ ਜਿਹੜੇ ਤਾਂਤਰਿਕ ਹੁੰਦੇ ਉਹ ਪਹਿਲਾਂ ਸੱਜਣ ਨੂੰ ਕਹਿ ਦਿੰਦੇ ਆ ਕਿ ਅਗਰ ਕਿਸੇ ਨੇ ਮੇਰੇ ਪਾਸ ਆਉਣਾ ਹੋਵੇ ਤਾਂ ਉਹ ਲੋਹੇ ਦੀ ਕੋਈ ਚੀਜ਼ ਧਾਰਨ ਕਰਕੇ ਨਾ ਆਵੇ, ਕਿਉਂਕਿ ਅਗਰ ਉਹ ਲੋਹੇ ਦੀ ਚੀਜ਼ ਕੋਈ ਧਾਰਨ ਕਰਕੇ ਆਏਗਾ ਤਾਂ ਫਿਰ ਉਹਦੀ ਜਿਹੜੀ ਤੰਤਰ ਵਿਦਿਆ ਹਨ ਉਹਦੇ ਅਸਰ ਨਹੀਂ ਕਰਦੀ ਹੈਗੀ ਆ। ਇਸ ਕਰਕੇ ਜਿਹੜਾ ਸਰਬਲੋ ਆ, ਸਰਬਲੋਕ ਤੋਂ ਹਰੇਕ ਚੀਜ਼ ਜਿਹੜੀ ਹੈਗੀ ਆ ਉਹ ਦੂਰ ਭੱਜਦੀ ਆ। ਇਸੇ ਕਰਕੇ ਦਾਸ ਨੇ ਦੱਸਿਆ ਕਿ ਜਿਵੇਂ ਅਕਾਲ ਪੁਰਖ ਜੀ ਨੇ ਸਰਬਰੋਹ ਦਾ ਕਬਜ਼, ਸਰਬਰੋਹ ਦਾ ਰੂਪ ਧਾਰ ਕੇ ਉਸ ਭਿਆਨਕ ਦੈਂਤ ਤੋਂ ਸ੍ਰਿਸ਼ਟੀ ਦੀ ਰੱਖਿਆ ਕੀਤੀ ਸੀਗੀ, ਅਤੇ ਇਹ ਜਿਹੜਾ ਸਰਬਰੋਹ ਦਾ ਕਬਜ਼ ਹੈਗਾ ਇਹ ਅਗਰ ਐਡੇ ਭਿਆਨਕ ਦੰਤਾਂ ਤੋਂ ਰੱਖਿਆ ਕਰਾ ਸਕਦਾ ਹੈ ਤਾਂ ਆਹ ਛੋਟੀਆਂ ਮੋਟੀਆਂ ਜਿਹੜੀਆਂ ਸੁਰੀ ਸ਼ਕਤੀਆਂ ਹੈ ਇਹ ਤਾਂ ਇਹਨਾਂ ਦੇ ਪਰਛਾਵੇਂ ਤੋਂ ਵੀ ਡਰਦੀਆਂ ਹੈਗੀਆਂ। ਇਸ ਕਰਕੇ ਭਾਈ ਜ਼ਰੂਰੀ ਆ ਕਿ ਜਿੱਥੇ ਸਾਨੂੰ ਸਰਬਲੋਹ ਦੇ ਬਾਟੇ ਅੱਜ ਵਰਤਣ ਦੀ ਜ਼ਰੂਰਤ ਆ, ਅਤੇ ਇਹ ਜਿਹੜੇ ਸਰਬਲੋਹ ਦੇ ਬਰਤਨ ਹੈਗੇ ਆ ਇਹਨਾਂ ਦੇ ਵਿੱਚ ਖਾਣਾ ਛਕਣ ਦੀ ਲੋੜ ਹੈਗੀ ਆ, ਅਤੇ ਇਸ ਦੇ ਨਾਲ ਸਾਨੂੰ ਬਾਹਰ ਮੁਖੀ ਸਰਬਲੋਹ ਦਾ ਜਿਹੜਾ ਕੜਾ ਹੈਗਾ ਉਹ ਵੀ ਧਾਰਨ ਕਰਨਾ ਪੈਣਾ ਹੈਗਾ। ਅਤੇ ਜਦੋਂ ਅਸੀਂ ਧਾਰਨ ਕਰਾਂਗੇ ਤਾਂ ਅਸੀਂ ਖੁਦ ਦੇਖਾਂਗੇ ਕਿ ਥੋੜ੍ਹੇ ਹੀ ਦਿਨਾਂ ਦੇ ਅੰਦਰ ਸਾਡੇ ਅੰਦਰ ਜਿੱਥੇ ਇੰਨੀ ਚੁਸਤੀ ਫੁਰਤੀ ਤਾਂ ਸਾਡੀਆਂ ਜਿਹੜੀਆਂ ਅੰਦਰ ਦੀਆਂ ਬਿਮਾਰੀਆਂ ਪੂਰੀ ਤਰ੍ਹਾਂ ਗਾਇਬ ਹੋ ਜਾਣਗੀਆਂ, ਉਹਦੇ ਨਾਲ ਸਾਡੇ ਅੰਦਰ ਵਿਕਾਸ ਵੀ ਆਊਗਾ, ਖੇੜਾ ਵੀ ਆਊਗਾ, ਇੱਕ ਨਵੀਂ ਨਹਾਰ ਵੀ ਆਊਗੀ। ਸੋ ਹੁਣ ਸਮਾਂ ਆ ਗਿਆ ਹੈਗਾ ਜਿਸ ਸਮੇਂ ਨੂੰ ਕਲਗੀਧਰ ਮਹਾਰਾਜ ਨੇ ਸਰਬਲੋਹ ਨੂੰ ਬਣਾਉਣ ਵਾਲੇ ਜਿਹੜੇ ਕਾਰੀਗਰ ਸੀਗੇ ਉਹਨਾਂ ਨੂੰ ਇਹ ਗੱਲ ਆਖੀ ਸੀ ਕਿ ਇੱਕ ਉਹ ਵੀ ਸਮਾਂ ਆਊਗਾ ਜਦੋਂ ਜਿਹੜੇ ਤੁਹਾਡੇ ਸਰਬਲੋਹ ਦੇ ਬਰਤਨ ਹਨ ਇਹ ਸੋਨੇ ਦੇ ਭਾਅ ਵਿਕਿਆ ਕਰਨਗੇ। ਇਸ ਕਰਕੇ ਭਾਈ ਇਸ ਗੱਲ ਨੂੰ ਸਾਨੂੰ ਸਮਝਣਾ ਪਊਗਾ ਕਿ ਅਗਰ ਅਸੀਂ ਆਪਣੀ ਰੱਖਿਆ, ਆਪਣੇ ਪਰਿਵਾਰਾਂ ਦੀ ਅਤੇ ਜਾਂ ਅਸੀਂ ਆਪਣੀਆਂ ਪੀੜ੍ਹੀਆਂ ਦੀ, ਦੇਸ਼ ਕੌਮ ਦੀ ਰੱਖਿਆ ਕਰਨੀ ਆ, ਅਤੇ ਸਾਨੂੰ ਫਿਰ ਜਿਹੜੇ ਇਹ ਖਾਣਾ ਬਣਾਉਣ ਵਾਲੇ ਬਰਤਨ ਹੈਗੇ ਆ ਇਹ ਹੁਣ ਬਦਲਣੇ ਪੈਣੇ ਹੈਗੇ ਆ। ਅਤੇ ਅੱਜ ਕੱਲ੍ਹ ਜਿਵੇਂ ਸਟੀਲ ਵਾ ਜਾਂ ਹੋਰ ਕਈਆਂ ਤਰ੍ਹਾਂ ਦੀਆਂ ਧਾਤਾਂ ਦੇ ਬਣੇ ਹੋਏ ਜਿਹੜੇ ਬਰਤਨ ਹੈਗੇ ਉਹਨਾਂ ਦਾ ਤਿਆਗ ਕਰਕੇ ਸਾਨੂੰ ਹੁਣ ਘਰਾਂ ਦੇ ਵਿੱਚ ਸਰਬਲੋਹ ਦੇ ਬਰਤਨਾਂ ਦੇ ਵਿੱਚ ਖਾਣਾ ਜਦੋਂ ਬਣਾਵਾਂਗੇ ਤਾਂ ਫਿਰ ਸਾਨੂੰ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਇਹ ਸਰਬਲੋਹ ਸਾਡੀ ਰੱਖਿਆ ਕਿਵੇਂ ਕਰਦਾ ਹੈਗਾ, ਤਾਂ ਫਿਰ ਹੀ ਅਸੀਂ ਪੂਰੀ ਤਰ੍ਹਾਂ ਇਹਨਾਂ ਬਿਮਾਰੀਆਂ ਤੋਂ, ਦੁੱਖਾਂ ਕਲੇਸ਼ਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਸਕਦੇ ਹਾਂ ਅਤੇ ਆਪਣਾ ਜਿਹੜਾ ਜੀਵਨ ਉਹ ਚੜ੍ਹਦੀ ਕਲਾ ਵਾਲਾ ਬਸਰ ਕਰ ਸਕਦੇ ਹੈਗੇ ਆ। ਸੋ ਦਾਸ ਇੰਨੀ ਕੁ ਹੀ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।